ਸੋ ਗੁਰਦੁਆਰੇ ਵਿੱਚ ਤਾਂ ਜੀ ਹਰ ਕਿਸੇ ਨੇ ਜਾਣਾ ਹੀ ਹੈ। ਇਸ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲਬਾਤ ਕੀਤੀ ਕਿ ਗੁਰਦੁਆਰੇ ਦੀ ਬੜੀ ਅਹਿਮੀਅਤ ਹੈ, ਪਰ ਉਸ ਨੂੰ ਅਸੀਂ ਕਿਸ ਤਰੀਕੇ ਨਾਲ ਉਸ ਅਹਿਮੀਅਤ ਨੂੰ ਸਮਝਣਾ ਹੈ। ਆਓ ਇਸ ਦੇ ਬਾਰੇ ਕੁਝ ਗੱਲਬਾਤ ਕਰੀਏ ਕਿ ਜੋ ਇਹ ਅੱਜ ਹਰ ਰੋਜ਼ ਦੇਖਦੇ ਨੇ ਗੁਰਦੁਆਰੇ ਸਾਹਿਬ ਵਿੱਚ ਜੋ ਕੁਝ ਚੱਲ ਰਿਹਾ ਹੈ, ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਨੇ, ਕਿਵੇਂ ਉਹ ਰੋਕੀਆਂ ਜਾਣ ਤੇ ਕਿਵੇਂ ਉਹ ਗੁਰੂ ਦੀ ਸੋਚ ਨੂੰ ਹੋਰ ਪ੍ਰਚਲਿਤ ਕੀਤਾ ਜਾਵੇ। ਜੀ ਭਾਈ ਸਾਹਿਬ। ਹਾਂਜੀ, ਸਵਾਲ ਤੁਹਾਡਾ ਵੀ ਗੁਰਦੁਆਰੇ ਵਿੱਚ ਕਿਵੇਂ ਆਈਏ ਤੇ ਕਿਵੇਂ ਇਹਦੇ ਤੋਂ ਅਸੀਂ ਕੁਝ ਪ੍ਰਾਪਤ ਕਰੀਏ। ਜੀ ਦੇਖੋ, ਮੈਂ ਪਹਿਲਾਂ ਵੈਸੇ ਜਿੰਨੇ ਵੀ ਸਰੋਤੇ ਨੇ ਜਾਂ ਸਿੱਖ ਸੰਗਤਾਂ ਨੇ ਜਾਂ ਕੋਈ ਵੀ ਪ੍ਰਾਣੀ ਜਿਹੜਾ ਸੁਣ ਰਿਹਾ, ਉਹਨੂੰ ਮੇਰੀ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਜੀ ਭਾਈ ਗੁਰਦੁਆਰਾ ਸਾਹਿਬ ਆਉਣ ਦਾ ਇੱਕ ਤੁਹਾਨੂੰ ਕੁਛ ਨਾ ਕੁਛ ਯੋਗ ਪ੍ਰਬੰਧ ਜਾਂ ਯੋਗ ਜਿਹੜਾ ਤਰੀਕਾ ਨਾ ਉਸ ਨੂੰ ਵਰਤਣ ਦੀ ਲੋੜ ਹੈ। ਠੀਕ ਹੈ। ਦੇਖੋ, ਮੈਂ ਪਿਛਲੇ ਵਾਰਾਂ ਵੀ ਗੱਲ ਕਹੀ ਸੀ ਜੀ ਵੀ ਅਸੀਂ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਦੂਰੋਂ ਚੱਲ ਕੇ ਆਉਨੇ ਆ। ਬਿਲਕੁਲ। ਆ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ 5 ਜਾਂ 7 ਮਿੰਟ ਬਹਿਣ ਦਾ ਯਤਨ ਅਸੀਂ ਕਰਦੇ ਹਾਂ। ਪਰ ਹੋਣਾ ਕੀ ਚਾਹੀਦਾ, ਦੇਖੋ ਸਭ ਤੋਂ ਪਹਿਲਾਂ ਤੇ ਗੁਰਦੁਆਰੇ ਆਉਣ ਦਾ ਮਕਸਦ ਕੀ ਆ। ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਬੜੇ ਪਿਆਰ ਤੇ ਨਾਲ ਜੋੜੇ ਲਾ ਕੇ, ਜੋੜੇ ਲਾਉਣ ਤੋਂ ਬਾਅਦ ਆਪਾਂ ਹੱਥ ਸਾਫ਼ ਕਰਕੇ ਸਿਰ ਢੱਕ ਕੇ, ਵੈਸੇ ਤਾਂ ਮੈਂ ਬੇਨਤੀ ਕਰਦਾ ਸਾਰੇ ਸਿੱਖਾਂ ਨੂੰ ਜਿੱਥੇ ਜਿੱਥੇ ਮਹਾਰਾਜ ਦੀ ਕਿਰਪਾ ਕਿ ਸਿੱਖ ਜਿਹੜਾ ਨਾ ਗੁਰਮੁਖ ਪਿਆਰੋ ਯਤਨ ਕਰੇ ਗੁਰਦੁਆਰਾ ਸਾਹਿਬ ਵਿੱਚ ਦਸਤਾਰ ਸਜਾ ਕੇ ਆਵੇ। ਠੀਕ ਕਿ ਕਮ ਸੋ ਕਮ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਦਸਤਾਰ ਸਾਡੇ ਕੋਲ ਹੋਵੇ। ਜੇ ਤੁਸੀਂ ਰੋਜ਼ ਨਹੀਂ ਸਜਾ ਸਕਦੇ ਤੇ ਗੁਰਮੁਖ ਪਿਆਰੋ ਕਈ ਵਾਰ ਹੁੰਦਾ ਵੀ ਚਲੋ ਅਸੀਂ ਸ਼ਨੀਚਰਵਾਰ ਜਾਂ ਐਤਵਾਰ ਇੱਕ ਦਿਨ ਸਜਾ ਕੇ ਗੁਰੂ ਦੀ ਕਿਰਪਾ ਨਾਲ ਅਸੀਂ ਚੱਲ ਜਾਈਏ। ਅੱਜ ਦਸਤਾਰ ਦਾ ਮਸਲਾ ਜਿਹੜਾ ਦੁਨੀਆ ਭਰ ਵਿੱਚ ਭਖ ਰਿਹਾ, ਜਿੱਥੇ ਜਾਣੇ ਸਾਡੀਆਂ ਦਸਤਾਰਾਂ ਲੱਥਦੀਆਂ ਤੇ ਅਸੀਂ ਗੁਰਮੁਖ ਪਿਆਰੋ ਉਹਨਾਂ ਨੂੰ ਬਲੇਮ ਦਿੰਦੇ ਆ। ਪਰ ਅਸੀਂ ਇਹ ਬਲੇਮ ਕਿਉਂ ਨਹੀਂ ਲੈਂਦੇ ਆਪਣੇ ਆਪ ਨੂੰ ਵੀ ਅਸੀਂ ਤਾਂ ਖੁਦ ਲਾ ਕੇ ਰੱਖੀਆਂ ਹੋਈਆਂ, ਆਪ ਲਾ ਕੇ ਰੱਖੀਆਂ ਤੇ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਕਹਿੰਦੇ ਅਗਲੇ ਦਿਨ ਉਹਨਾਂ ਨੂੰ ਪਤਾ ਵੀ ਇਹ ਤਾਂ ਦਸਤਾਰ ਦੀ ਸਤਿਕਾਰ ਹੀ ਨਹੀਂ ਕਰਦੇ। ਵੀ ਜੇ ਸਤਿਕਾਰ ਹੋਵੇ ਸਾਡੇ ਕੋਲ ਦਸਤਾਰ ਦਾ ਤੇ ਸਾਡੀ ਦਸਤਾਰ ਨੂੰ ਦੁਨੀਆ ਵਿੱਚ ਕੋਈ ਹੱਥ ਨਹੀਂ ਪਾ ਸਕਦਾ। ਤਾਂ ਮੈਂ ਵੈਸੇ ਬੇਨਤੀ ਕਰਾਂਗਾ ਕਿ ਯਤਨ ਕਰੋ, ਜੇ ਆਪਾਂ ਸਿੱਖਵਾਂ ਗੁਰੂ ਦੀ ਕਿਰਪਾ ਨਾਲ ਭਈ ਆਪਾਂ ਨੂੰ ਛੁੱਟੀ ਵੀ ਹੁੰਦੀ ਮਾਲਕ ਦੀ ਕਿਰਪਾ ਨਾਲ, ਇਹ ਸਮਾਂ ਹੈਗਾ ਤੇ ਤੁਸੀਂ ਯਤਨ ਕਰਿਆ ਕਰੋ ਗੁਰੂ ਦੇ ਪਿਆਰਿਓ ਵੀ ਐਤਵਾਰ ਨੂੰ ਸ਼ਨੀਚਰਵਾਰ ਨੂੰ ਜਦੋਂ ਕਿਤੇ ਪ੍ਰੋਗਰਾਮ ਦੇ ਗੁਰੂ ਦੀ ਸਿੱਖ ਦਸਤਾਰ ਸਜਾ ਕੇ ਆਓ। ਤੇ ਫਿਰ ਜਦੋਂ ਆਉਣਾ ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਸਭ ਤੋਂ ਪਹਿਲਾਂ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਸ ਖੜੇ ਹੋ ਕੇ ਦੋਨੋਂ ਹੱਥ ਜੋੜ ਕੇ ਅਸੀਂ ਜਦੋਂ ਕਿਸੇ ਨੂੰ ਮਿਲਦੇ ਆ ਤੇ ਮਿਲਣੇ ਕਿਵੇਂ ਆ, ਅਸੀਂ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਜਾਂ ਆਪਣੇ ਹਿਸਾਬ ਨਾਲ ਵਿਸ਼ ਕਰਦੇ ਆ। ਤੇ ਸਭ ਤੋਂ ਪਹਿਲਾਂ ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਜਿਹੜਾ ਵੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੜੇ ਪਿਆਰ ਤੇ ਸੰਗਤ ਹੌਲੀ ਜੀ ਆਪਣੇ ਰਸਨਾ ਰਾਹੀਂ ਗੁਰੂ ਪਾਤਸ਼ਾਹ ਨੂੰ ਫਤਿਹ ਦੀ ਸਾਂਝ ਕਰੇ। ਫਤਿਹ ਸਾਂਝ ਕਰਨ ਤੋਂ ਬਾਅਦ ਬੜੇ ਪਿਆਰ ਤੇ ਸਤਿਕਾਰ ਜੋ ਭੇਟਾ ਗੁਰੂ ਦੇ ਚਰਨਾਂ ਵਿੱਚ ਰੱਖੇ, ਮੱਥਾ ਟੇਕੇ, ਉਸ ਤੋਂ ਬਾਅਦ ਬੜੇ ਪਿਆਰ ਤੇ ਸਤਿਕਾਰ ਨਾਲ ਪ੍ਰਸ਼ਾਦ ਜਿਹੜਾ ਉਸ ਨੂੰ ਲਵੇ। ਪ੍ਰਸ਼ਾਦ ਲੈਣ ਤੋਂ ਬਾਅਦ ਤੇ ਫਰਜ਼ ਸਾਡਾ ਇਹ ਬਣਦਾ ਵੀ ਅਸੀਂ ਇਹ ਗੁਰੂ ਦੀ ਬਖਸ਼ਿਸ਼ ਹੈ, ਇਸ ਗੁਰੂ ਦੀ ਬਖਸ਼ਿਸ਼ ਨੂੰ ਸੰਗਤ ਵਿੱਚ ਬਹਿ ਕੇ ਬੜੇ ਪਿਆਰ ਦੇ ਨਾਲ ਅਸੀਂ ਨਿਮਰਤਾ ਦੇ ਨਾਲ ਇਸ ਨੂੰ ਪ੍ਰਸ਼ਾਦ ਨੂੰ ਅਸੀਂ ਛਕਣਾ ਕਰੀਏ। ਉਸ ਤੋਂ ਬਾਅਦ ਸਾਡੇ ਪਾਸ ਯਤਨ ਕਰੋ ਕਿ ਘੱਟ ਤੋਂ ਘੱਟ ਜਿਹੜਾ ਸਿੱਖ ਵਾ ਨਾ ਉਹ ਜੇ ਤੇ ਗੁਰਮੁਖ ਪਿਆਰੋ ਕਿਸੇ ਨੇ ਜਾਣਾ ਕੰਮ ਤੇ ਕੋਈ ਗੱਲ ਨਹੀਂ, ਨਮਸਕਾਰ ਕੀਤੀ ਚਲੇ ਜਾਵੇ, ਪਰ ਪ੍ਰਸ਼ਾਦ ਜਿਹੜਾ ਵਾ ਉਹ ਬਹਿ ਕੇ ਛਕ ਲਵੇ। ਤੇ ਉਸ ਤੋਂ ਬਾਅਦ ਜਿਹੜਾ ਕੋਈ ਪ੍ਰਾਣੀ ਜਿਹਨੇ ਨਹੀਂ ਜਾਣਾ ਉਹਨੂੰ ਬੇਨਤੀ ਤਾਂ ਸਾਡੀ ਇਹੋ ਹੀ ਹੈ ਵੀ ਕਮ ਸੋ ਕਮ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਕੁਛ ਨਾ ਕੁਛ ਸਮਾਂ ਤੇ ਬੈਠ ਕੇ ਗੁਰੂ ਦੀ ਬਾਣੀ, ਗੁਰੂ ਦੀ ਕਥਾ, ਗੁਰੂ ਦੀ ਵਿਚਾਰ ਨੂੰ ਅਸੀਂ ਸੁਣੀਏ। ਤੇ ਜੇ ਅਸੀਂ ਇਹ ਸੁਣਿਆ ਹੀ ਕੁਛ ਨਹੀਂ ਤੇ ਫਿਰ ਗੁਰਮੁਖ ਪਿਆਰਿਓ ਸਾਡਾ ਗੁਰਦੁਆਰੇ ਵਿੱਚ ਜਾਣ ਦਾ ਮਕਸਦ ਵੀ ਕੀ ਆ, ਪਰ ਇਹਦਾ ਕਾਰਨ ਕੀ ਆ? ਕਾਰਨ ਇਹ ਹੈ ਗੁਰਮੁਖ ਪਿਆਰਿਓ ਸਾਨੂੰ ਅੱਜ ਭੱਜ ਦੌੜ ਲੱਗੀ ਪਈ ਆ। ਰਾਈਟ। ਮਨੁੱਖ ਨੂੰ ਸਮਾਂ ਹੀ ਨਹੀਂ। ਦੇਖੋ ਐਤਵਾਰ ਬਹੁਤੇ ਸਾਰੇ ਪ੍ਰਾਣੀ ਦੇ ਕਹਿੰਦੇ ਜੇ ਵੇਖੋ ਜੀ ਸੌਣ ਦਾ ਸਮਾਂ, ਅੱਜ ਛੁੱਟੀ ਆ ਸੌਣ ਲਈ ਤੇ ਜੇ ਕਿਤੇ ਐਤਵਾਰ ਰਾਤ ਨੂੰ ਛੁੱਟੀ ਦਿਨੇ ਪਤਾ ਹੋਵੇ ਵੀ ਛੁੱਟੀ ਆ ਤੇ ਰਾਤ ਨੂੰ ਕਿਤੇ 12 ਕੁ ਵਜੇ ਫੋਨ ਆ ਜਾਏ ਨਾ ਵੀ ਸਵੇਰੇ ਅਸੀਂ ਕੰਮ ਤੇ ਜਾਣਾ ਤੇ ਸ਼ਾਮ ਨੂੰ ਫਿਰ ਸੇਵਾ ਕਰਨਾ, ਤੜਕੇ ਉੱਠ ਕੇ ਚੱਲ ਜਾਣਾ। ਤੇ ਜੇ ਕਿਤੇ ਮਾਲਿਕ ਦੀ ਕਿਰਪਾ ਨਾਲ ਨਾ ਕੰਮ ਦਾ ਸੱਦਾ ਵੀ ਕਹਿੰਦੇ ਭਾਈ ਐਤਵਾਰ ਦਾ ਸਮਾਂ ਸੌਣ ਦਾ ਸਮਾਂ, ਭਾਈ ਸੌਣਾ ਵੀ ਚਾਹੀਦਾ, ਮਾਲ ਨਹੀਂ ਆਉਂਦਾ। ਪਰ ਜਦੋਂ ਸਮਾਂ ਮਿਲਣਾ ਕਮ ਸੋ ਕਮ ਗੁਰੂ ਦੀ ਸੰਗਤ ਤੇ ਕਰਨੀ ਜ਼ਰੂਰੀ ਹੈ ਨਾ, ਕਿਉਂਕਿ ਸਤਿਗੁਰ ਨੇ ਪਾਤਸ਼ਾਹ ਦਾ ਪਾਵਨ ਪਵਿੱਤਰ ਫਰਮਾਨ ਵੀ ਆ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਝੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਵੀ ਸੰਗਤ ਤੋਂ ਬਗੈਰ ਤੇ ਸਾਡੀ ਸਰਨਾ ਨਹੀਂ। ਔਰ ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ ਸਾਡੇ ਤੇ, ਇੰਨੀ ਬਖਸ਼ਿਸ਼ ਕੀਤੀ ਸਾਨੂੰ ਸੁੱਖ ਸਾਰੇ ਦਿੱਤੇ। ਪਰ ਜਦੋਂ ਅਸੀਂ ਗੁਰਬਾਣੀ ਦੇ ਰਾਹੀਂ ਮਾਲਕ ਨੂੰ ਚੇਤੇ ਕਰਦੇ ਹਾਂ ਤੇ ਸਤਿਗੁਰ ਆਪਣੇ ਪਾਵਨ ਪਵਿੱਤਰ ਬਚਨਾਂ ਰਾਹੀਂ ਸਾਨੂੰ ਬੜੇ ਸੁੰਦਰ ਉਪਦੇਸ਼ ਦੇ, ਕਹਿੰਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਸਤਿਗੁਰ ਕਹਿੰਦੇ ਵੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਕਹਿੰਦੇ ਨੇ ਗ੍ਰਹਿ ਸੋਨ ਸੁਗੰਧ ਚੰਦਨ ਲਾਏ ਮੋਤੀ ਹੀਰੇ। ਤੇ ਸਤਿਗੁਰ ਫਿਰ ਅੱਗੇ ਕਹਿੰਦੇ ਨੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਸੂਰੇ, ਤੇ ਸੋ ਪ੍ਰਭ ਚੇਤਨਾ ਆਵੀ ਵਿਸ਼ਟਾ ਕੇ ਕੀੜੇ। ਸਤਿਗੁਰ ਕਹਿੰਦੇ ਤੇਰੇ ਕੋਲ ਸਾਰੇ ਸੁੱਖ ਹੋਣ, ਤੇਰੇ ਚੰਗੇ ਗ੍ਰਹਿ ਮੰਦਰ ਮਹਿਲ ਸਾਰੇ ਚੰਗੇ ਹੋਣ, ਮਨ ਇੱਛੇ ਤੋਂ ਸੁੱਖ ਵੀ ਮਾਣਦਾ ਹੋਵੇ, ਪਰ ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਨਹੀਂ ਜੁੜਿਆ ਤੇ ਸਤਿਗੁਰ ਨੇ ਫਿਰ ਤਰਜੀਹ ਪਤਾ ਕੀਤੀ, ਵਿਸ਼ਟਾ ਕੇ ਕੀੜੇ। ਤੇ ਇੱਕ ਹੋਰ ਬੜਾ ਸੋਹਣਾ ਸੁੰਦਰ ਸ਼ਬਦ ਹੈ, ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾ ਜੇਤਾ ਬਿਹਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ, ਨਾਮ ਵਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ
ਤਨਮੇ ਰੋਗ, ਭਾਈ ਸੁਪਨੇ ਵਿੱਚ ਵੀ ਤੈਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਜੀ। ਹੁਣ ਇਹ ਸੁਣ ਲੈਣਾ ਹੀ ਸਭ ਕੁਝ ਨਹੀਂ। ਹੁਣ ਜੇ ਇਹ ਬੰਦੇ ਨੂੰ ਗੱਲ ਕਿਹਾ ਜਾਵੇ ਵੀ ਭਾਈ ਤੂੰ ਕੂਕਰ ਹੈ, ਅਗਲਾ ਤੇ ਮੰਨੇਗਾ ਨਹੀਂ। ਜੀ। ਤੇ ਗੁਰੂ ਪਾਤਸ਼ਾਹ ਸਿੱਧਾ ਹੀ ਕਹਿ ਰਹੇ ਨੇ, ਭਾਈ ਨਾਮ ਬਿਨਾ ਜੋ ਪਹਿਰੇ ਖਾਏ ਠੀਕ। ਜਿਉਂ ਕੂਕਰ ਜੂਠਰ ਮੇ ਪਾਏ। ਭਾਈ ਨਾਮ ਤੋਂ ਬਗੈਰ ਜੇ ਤੂੰ ਖਾਂਦਾ ਵਾਂ ਤੇ ਪਹਿਨਦਾ ਵਾਂ ਜਾਂ ਤੂੰ ਕੋਈ ਕਰਮ ਕਰਦਾ ਤੇ ਤੇਰਾ ਇਹ ਕਰਮ ਜਿਹੜਾ ਕੂਕਰ ਜੂਠ ਦੇ ਵਿੱਚ ਮੂੰਹ ਪਾਉਂਦਾ। ਤੇ ਜੇ ਹੁਣ ਇਸ ਸ਼ਬਦ ਨੂੰ ਅਸੀਂ ਸੁਣ ਹੀ ਲਿਆ, ਇਸ ਨੂੰ ਆਪਣੇ ਮਨ ਦੀ ਕਸਵੱਟੀ ਤੇ ਲਾ ਕੇ ਵੇਖੋ ਕਿਤੇ ਸ਼ਬਦ ਆਪਣੇ ਵਾਸਤੇ ਤਾਂ ਨਹੀਂ। ਕਿਉਂਕਿ ਬਾਣੀ ਦੀ ਇੱਕ ਵਿਲੱਖਣਤਾ ਕਿ ਪੜਨ ਵਾਲਾ ਜਾਂ ਸੁਣਨ ਵਾਲਾ ਦੋਵਾਂ ਵਾਸਤੇ ਵਚਨ ਕਰ ਰਹੀ। ਬਿਲਕੁਲ ਜੀ। ਇਹਦੇ 'ਚ ਇਹ ਕੋਈ ਨਹੀਂ ਹੈਗਾ ਜੇ ਇਸ ਪੜਨ ਵਾਸਤੇ ਵਾਲੇ ਨਹੀਂ ਤੇ ਸੁਣਨ ਵਾਲੇ ਵਾਸਤੇ ਨਹੀਂ, ਇਹ ਸਾਰੇ ਵਾਸਤੇ ਹਰ ਇੱਕ ਵਿੱਚ ਸਰਬ ਸਾਂਝੀ ਬਾਣੀ ਆ ਔਰ ਸਰਬ ਸਾਂਝਾ ਉਪਦੇਸ਼ ਹੈ। ਜਿੰਨਾ ਉਪਦੇਸ਼ ਪੜਨ ਵਾਲੇ ਨੂੰ ਉਹਨਾਂ ਸੁਣਨ ਵਾਲੇ ਨੂੰ ਆ, ਤੇ ਜਿੰਨਾ ਦੱਸਣ ਵਾਲੇ ਨੂੰ ਆ ਉਹਨਾਂ ਗਾਂ ਉਹਨੂੰ ਵਰਤਣ ਵਾਲੇ ਨੂੰ ਵੀ ਆ। ਇਸ ਕਰਕੇ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਤੇ ਸਤਿਗੁਰ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਸਮਝਾਉਂਦਾ। ਵੇਖੋ ਸਤਿਗੁਰ ਦੇ ਕਿੱਡੇ ਸੋਹਣੇ ਬਖਸ਼ਣ ਨੇ। ਕਹਿੰਦੇ ਨੇ ਗੁਰਮੁਖ ਪਿਆਰਿਆ ਮਨ ਰੇ ਕੌਣ ਕਮਤ ਤੈ ਨਹੀਂ, ਕਿਹੜੀ ਮਤ ਲੈ ਲਈ। ਪਰ ਨਿੰਦਾ ਸਤਿਗੁਰ ਪਰ ਨਿੰਦਾ ਰਸ ਰਚਿਓ ਰਾਮ ਭਗਤ ਨਾ ਕੀਨੀ। ਠੀਕ। ਸਤਿਗੁਰ ਕਹਿੰਦੇ ਨੇ ਤੂੰ ਕੀ ਕੀਤਾ, ਪਰ ਮੁਕਤ ਬੰਦ ਜਾਣਿਓ ਤੇ ਨਾਹਿਨ ਧਨ ਜੋ ਉਹਨਾਂ ਕੋ ਧਾਇਆ ਅੰਤ ਸੰਕਾਹੁ ਨਿਬੀਦੀ ਨਾ ਬਿਰਥਾ ਬੰਧਾਇਆ। ਜੀ। ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜੋ ਕਿਛ ਗਿਆਨਾ। ਤੂੰ ਨਾ ਭਜਨ ਕੀਤਾ, ਨਾ ਤੂੰ ਗੁਰੂ ਦੀ ਸੇਵਾ ਵੱਲ ਗਿਆ, ਨਾ ਤੈਨੂੰ ਕੋਈ ਗਿਆਨ ਹੀ ਪ੍ਰਾਪਤ ਹੋਇਆ ਤੇ ਵਾਸ ਕਰਕੇ ਘਾਟੀ ਮਾਏ ਨੰਨਣ ਤੇਰੇ ਤੈ ਖੋਜ ਧਿਆਨਾ। ਫਿਰ ਸਤਿਗੁਰ ਨੇ ਬਹੁਤ ਜਨਮ ਭਰਮਤ ਹੈ ਹਾਰਿਓ ਅਸਥਿਰ ਮਤ ਨਹੀਂ ਪਾਈ। ਪਤਾ ਨਹੀਂ ਕਿੰਨੇ ਕੁ ਜਨਮ ਲਏ ਨੇ ਪਰ ਤੈਨੂੰ ਟਿਕਾਏ ਨਹੀਂ ਆਇਆ। ਤੇ ਹੁਣ ਸਤਿਗੁਰ ਕਹਿੰਦੇ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਜਿਵੇਂ ਕੋਈ ਬੰਦਾ ਚੰਗਾ ਕਰਮ ਨਾ ਕਰੇ ਉਹਨੂੰ ਆਵਾਜ਼ ਮਾਰ ਕੇ ਕਹੀਦਾ ਵੀ ਹਾਂ ਭਈ ਸੁਣ, ਇੰਜ ਨਹੀਂ ਇੰਜ ਕਰ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਇਹ ਕਹਿ ਰਹੇ ਵੇਖ ਭਾਈ ਗੱਲ ਸੁਣ, ਵੇਖ ਤੂੰ ਬਹੁਤ ਕਿਹੜੀ ਭੈੜੀ ਮੱਤ ਲੈ ਲਈ ਕਿ ਸਾਰਾ ਸਮਾਂ ਤੂੰ ਇਹਨਾਂ ਕੰਮਾਂ 'ਚ ਲਾ ਲਿਆ। ਪਰ ਇੱਕ ਪਾਤਸ਼ਾਹ ਕਹਿੰਦੇ ਨੇ ਵੇਖ ਬਹੁਤ ਜਨਮ ਭਰਮਤ ਹੈ ਹਾਰਿਓ, ਬੜੇ ਜਨਮ ਲੈ, ਬੜਾ ਤੂੰ ਭਟਕਿਆ ਪਰ ਤੈਨੂੰ ਕਿਤੇ ਟਿਕਾਓ ਨਹੀਂ ਮਿਲਿਆ। ਪਰ ਹੁਣ ਕਹਿੰਦੇ ਨੇ ਮਾਨਸ ਦੇ ਭਾਏ ਪਦ ਹਰ ਭਜ, ਵੇ ਤੈਨੂੰ ਹੁਣ ਮਨੁੱਖਾ ਦੇਹੀ ਮਿਲੀ ਤੇ ਇਸ ਮਨੁੱਖਾ ਦੇਹੀ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਜੋੜ ਨਾਲ ਜੁੜ ਕੇ ਉਹਦਾ ਭਜਨ ਕਰ। ਇਹ ਕਿੱਥੋਂ ਮਿਲਣਾ? ਗੁਰੂ ਪਾਸੋਂ। ਤੇ ਗੁਰੂ ਕਿੱਥੇ ਆ? ਗੁਰਦੁਆਰਾ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਪਾਸੋਂ। ਤੇ ਜੇ ਹੁਣ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਅਸੀਂ ਉੱਥੋਂ ਇਹ ਸੁਣਾਂਗੇ ਹੀ ਨਹੀਂ ਤੇ ਸਾਨੂੰ ਕਿਵੇਂ ਪ੍ਰਾਪਤ ਹੋਏਗਾ? ਹੁਣ ਮੈਂ ਅੱਗੇ ਬੇਨਤੀ ਵੀ ਕੀਤੀ ਸੀ ਭਾਈ ਗੁਰਦੁਆਰਾ ਹੀ ਸਭ ਕੁਝ ਨਹੀਂ, ਇੱਥੋਂ ਤੇ ਅਸੀਂ ਉਪਦੇਸ਼ ਲੈਣਾ, ਉਪਦੇਸ਼ ਦੀ ਕਮਾਈ ਕਰਨੀ। ਹੁਣ ਡਾਕਟਰ ਕੌਣ ਆ? ਕੀ ਡਾਕਟਰ ਯੂਨੀਵਰਸਿਟੀ ਆ? ਕੀ ਡਾਕਟਰ ਕਾਲਜ ਆ? ਕੀ ਡਾਕਟਰ ਉਹ ਇੰਸਟੀਚਿਊਟ ਆ ਜਿੱਥੇ ਉਹਨੇ ਸਟੱਡੀ ਕੀਤੀ ਆ? ਡਾਕਟਰ ਤੇ ਉਹ ਅੱਜ ਤੋਂ ਸਟੱਡੀ ਕਰਕੇ ਉਸਨੇ ਪ੍ਰੈਕਟੀਕਲ ਜੀਵਨ ਨੂੰ ਆਪਣੇ ਬਣਾਇਆ ਤੇ ਉਹ ਡਾਕਟਰ ਬਣਿਆ। ਹੁਣ ਸਾਡੇ ਕੋਲ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਥਿਊਰੀ ਤੇ ਬਹੁਤ ਹੈ ਲੇਕਿਨ ਪ੍ਰੈਕਟੀਕਲ ਜੀਵਨ ਸਾਡੇ ਕੋਲ ਨਹੀਂ ਹੈਗਾ। ਅਸੀਂ ਇਸ ਬਾਣੀ ਤੋਂ ਪ੍ਰੈਕਟੀਕਲ ਜੀਵਨ ਬਣਾਉਣਾ। ਜੇ ਸਤਿਗੁਰ ਸਾਨੂੰ ਇਹ ਕਹਿੰਦਾ ਵੀ ਭਾਈ ਵੇਖ ਤੂੰ ਕਿਹੜੀ ਮੱਤ ਲੈ ਲਈ ਆ ਤੇ ਇਹ ਸੁਣਨ ਤੱਕ ਸੀਮਤ ਨਹੀਂ। ਇਸ ਮੱਤ ਨੂੰ ਅਸੀਂ ਵੇਖਣਾ ਵੀ ਕਿਤੇ ਇਹ ਭੈੜੀ ਮੱਤ ਸਾਡੇ ਕੋਲ ਤਾਂ ਨਹੀਂ, ਅਸੀਂ ਇਹ ਤੋਂ ਦੂਰ ਤਾਂ ਨਹੀਂ। ਹੁਣ ਸਤਿਗੁਰ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਕਹਿੰਦੇ ਕਿ ਗੁਰਮੁਖ ਪਿਆਰਿਆ ਵੇਦ ਪ੍ਰਾਣ ਸਿਮਰਤ ਔਰ ਸਾਸਤ ਇਨ ਪੜਿਆ ਮੁਕਤ ਨਾ ਹੋਈ, ਏਕ ਸ਼ਬਦ ਜੋ ਗੁਰਮੁਖ ਜਾਪੇ ਤਿਨ ਕੀ ਨਿਰਮਲ ਸੋਈ। ਸਤਿਗੁਰ ਇਹ ਵੀ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਨਾਨਕ ਲੇਖੇ ਗੱਲ ਹੋਰ ਹਉਮੈ ਚਖਣਾ ਚਾਕ। ਇਹ ਕੀ ਹੈ? ਸਤਿਗੁਰ ਨੇ ਇਹੋ ਕਿਹਾ ਵੇਖ ਭਾਈ ਪੜ੍ਹਨਾ ਤੇ ਵੱਖਰੀ ਗੱਲ ਹੈ, ਸੁਣਨਾ ਵੀ ਵੱਖਰੀ ਗੱਲ ਹੈ, ਵਿਚਾਰ ਵੱਖਰੀ ਗੱਲ ਹੈ। ਕਿਉਂਕਿ ਪੜ੍ਹ ਤੋਂ ਬਾਅਦ ਸੁਣਨਾ ਜ਼ਰੂਰ, ਸੁਣਨ ਤੋਂ ਬਾਅਦ ਵਿਚਾਰਨਾ ਜ਼ਰੂਰੀ। ਤੇ ਜੇ ਹੁਣ ਗੱਲ ਫਰਜ਼ ਕੀਤਾ ਮੈਂ ਤੁਹਾਨੂੰ ਕੋਈ ਕੰਮ ਕਹਿਣਾ ਵੀ ਭਾਈ ਤੁਸੀਂ ਆ ਮੇਰਾ ਕੰਮ ਕਰਦੇ ਹੋ, ਤੁਸੀਂ ਮੇਰੀ ਵਿਚਾਰ ਨੂੰ ਸੁਣ ਲਿਆ ਤੇ ਸੁਣ ਕੇ ਜੇ ਤੁਸੀਂ ਮੇਰਾ ਕੰਮ ਹੀ ਨਹੀਂ ਕੀਤਾ ਤੇ ਫਿਰ ਉਹ ਤੇ ਕਿਸੇ ਕੰਮ ਨਾ ਆਇਆ। ਹੁਣ ਗੁਰੂ ਦੇ ਬਚਨ ਨੂੰ ਗੁਰਦੁਆਰਾ ਸਾਹਿਬ ਵਿੱਚ ਸੁਣਨਾ ਹੈ, ਸੁਣਨ ਤੋਂ ਬਾਅਦ ਉਸ ਨੂੰ ਵਿਚਾਰਨਾ, ਵਿਚਾਰਨ ਤੋਂ ਬਾਅਦ ਉਹਦੇ ਤੇ ਚੱਲਣ ਦਾ ਯਤਨ ਕਰਨਾ ਤੇ ਫਿਰ ਹੀ ਸਾਡੇ ਜੀਵਨ ਵਿੱਚ ਸਫਲਤਾ ਨਾ। ਤੇ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਅਸੀਂ ਬਿਲਕੁਲ ਇੱਕ ਪਾਸੇ ਹੋ ਗਏ ਵੀ ਸਿਰਫ ਅਸੀਂ ਜਾਣੇ ਆ ਤੇ ਮੱਥਾ ਟੇਕਿਆ, ਗੁਰੂ ਦੀ ਕਿਰਪਾ ਦੇ ਨਾਲ ਪ੍ਰਸ਼ਾਦ ਲਿਆ ਤੇ ਗੁਰੂ ਪਾਤਸ਼ਾਹ ਵਾਸੋਂ ਸਭ ਬਖਸ਼ਿਸ਼ਾਂ ਲਈਆਂ ਤੇ ਅਸੀਂ ਘਰਾਂ ਨੂੰ ਵਾਪਸ ਆ ਗਏ ਤੇ ਫਿਰ ਐਡੇ ਐਡੇ ਵੱਡੇ ਦਾਇਰੇ ਬਣਾਉਣ ਦਾ ਸਾਡਾ ਮਕਸਦ ਕੀ ਆ? ਮਕਸਦ ਤੇ ਇਹੋ ਹੀ ਹੈ ਨਾ ਵੀ ਪੁਰਾਣੀ ਬਹਿ ਕੇ ਗੁਰੂ ਦੀ ਕਿਰਪਾ ਦੇ ਨਾਲ ਕੁਛ ਉੱਥੇ ਸੁਣਨ, ਕੁਛ ਉੱਥੋਂ ਗ੍ਰਹਿਣ ਕਰਨ, ਕੁਛ ਉੱਥੋਂ ਹਿਰਦੇ ਵਿੱਚ ਵਸਾਉਣ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਤੋਰਨ ਤੇ ਆਪਣਾ ਜੀਵਨ ਜਿਹੜਾ ਉਸ ਨੂੰ ਸਫਲ ਕਰਨ ਦਾ ਯਤਨ ਕਰਨ। ਗੁਰਦੁਆਰੇ ਦਾ ਤਾਂ ਮਕਸਦ ਇਹੋ ਹੀ ਆ। ਤੇ ਜੇ ਗੁਰਦੁਆਰੇ ਸਿਰਫ ਅਸੀਂ ਆਪਣੇ ਕੰਮਾਂ ਵਾਸਤੇ ਹੀ ਵਰਤਣੇ ਆ ਭਈ 10 ਭਈ ਖੰਡ ਪਾਠ ਕਰਾ ਲਓ, ਸਹਿਜ ਪਾਠ ਕਰਾ ਲਓ, ਜਾਂ ਅਸੀਂ ਆਨੰਦ ਕਾਰਜ ਉੱਥੇ ਕਰ ਲਏ, ਜਾਂ ਮਰਗ ਦੇ ਭੋਗ ਪਾ ਲਏ, ਇਹਨਾਂ ਕੰਮਾਂ ਵਾਸਤੇ ਤੇ ਗੁਰਦੁਆਰੇ ਹੈ। ਲੇਕਿਨ ਇਹ ਥੋੜਾ ਵੀ ਗੁਰਦੁਆਰੇ ਸਿਰਫ ਅਸੀਂ ਆਪਣੇ ਕੰਮ ਵਾਸਤੇ। ਅੱਜ ਗੁਰਦੁਆਰਾ ਤੇ ਵੈਸੇ ਗੁਰੂ ਦੇ ਮੁਤਾਬਕ ਵਰਤਣਾ ਚਾਹੀਦਾ ਸੀ, ਗੁਰੂ ਦੀ ਮੱਤ ਨਾਲ ਸਾਨੂੰ ਗੁਰਦੁਆਰੇ ਚਲਾਉਣੇ ਚਾਹੀਦੇ, ਪਰ ਅੱਜ ਹੋਇਆ
ਹੋਇਆ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਵੀ ਆਪਣੀ ਮਤ ਮੁਤਾਬਕ ਹੀ ਚਲਾਉਣ ਦਾ ਯਤਨ ਕਰਦੇ ਹਾਂ, ਕਿਉਂਕਿ ਉੱਥੇ ਗੁਰਮਤਿ ਦੀ ਗੱਲ ਕੋਈ ਨਹੀਂ, ਕਿਉਂਕਿ ਅਸੀਂ ਚਾਹੁੰਦੇ ਹਾਂ, ਵੈਸੇ ਤੇ ਚਾਹੀਦੀ ਸੀ ਗੁਰਮਤਿ ਦੀ ਗੱਲ ਵੀ ਜੋ ਸਾਨੂੰ ਗੁਰਮਤਿ ਦਾ ਸਿਧਾਂਤ ਕਹਿੰਦਾ ਵੀ ਗੁਰਦੁਆਰੇ ਦੇ ਵਿੱਚ ਆਹ ਕੁਝ ਹੋਣਾ ਚਾਹੀਦਾ, ਜੋ ਸਾਡਾ ਸਿਧਾਂਤ ਆ। ਤੇ ਜੇ ਅਸੀਂ ਕਹੀਏ ਵੀ ਗੁਰਦੁਆਰਾ ਸਾਡੇ ਮੁਤਾਬਕ ਹੋਣਾ ਚਾਹੀਦਾ ਤੇ ਫਿਰ ਉਹ ਗੁਰੂ ਦਾ ਦੀਵਾਰ ਤਾਂ ਨਹੀਂ ਨਾ ਹੈਗਾ, ਉਹ ਤੇ ਫਿਰ ਆਪਣੀ ਮੁਤਾਬਕ ਚੱਲ ਰਿਹਾ। ਔਰ ਬਹੁਤ ਸਾਰੀਆਂ ਥਾਵਾਂ ਤੇ ਇਹੋ ਜਿਹੀਆਂ ਕਿ ਆਪਣੀ ਮਤ ਦੇ ਮੁਤਾਬਕ ਅਸੀਂ ਯਤਨ ਕਰ ਰਹੇ ਹਾਂ ਕਿ ਆਪਣੀ ਮਤ ਦੇ ਮੁਤਾਬਕ ਚੱਲੇ, ਤੇ ਫਿਰ ਉਹ ਤੋਂ ਗੁਰੂ ਦਾ ਉਪਦੇਸ਼ ਕਿਵੇਂ ਹੋ ਸਕਦਾ ਜੇ ਸਾਡੀ ਮਤ ਹੀ ਵਿੱਚ ਆ ਗਈ। ਮਤ ਤੇ ਗੁਰੂ ਦੀ ਲੈਣੀ ਆ, ਔਰ ਸਤਿਗੁਰਾਂ ਦੇ ਗੁਰ ਕੀ ਮਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ, ਕਿ ਗੁਰੂ ਦੀ ਮੱਤ ਤੋਂ ਬਗੈਰ ਤੇ ਗੁਰਮੁਖ ਪਿਆਰਾ ਸਰਨਾ ਨਹੀਂ। ਸਤਿਗੁਰੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ, ਤੇ ਜੇ ਤੂੰ ਭਲਾ ਕਰਕੇ ਨਹੀਂ ਮੰਨਦਾ ਤੇ ਫਿਰ ਗੁਰਦੁਆਰੇ ਵਿੱਚ ਜਾ ਕੇ ਗੁਰਮੁਖ ਪਿਆਰੇ ਗੁਰੂ ਦਾ ਉਪਦੇਸ਼ ਸਾਨੂੰ ਕਿਵੇਂ ਪ੍ਰਾਪਤ ਹੋ ਸਕਦਾ। ਤੇ ਗੁਰੂ ਦਾ ਉਪਦੇਸ਼ ਪ੍ਰਾਪਤ ਕਰਨ ਵਾਸਤੇ ਸਾਨੂੰ ਗੁਰੂ ਦੇ ਪਾਸ ਬਹਿਣ ਦੀ ਲੋੜ ਹੈ, ਉਹਦੇ ਪਾਸ ਉਹਨਾਂ ਕੋਲ ਸੁਣਨ ਦੀ ਲੋੜ ਹੈ, ਕਿ ਜਿਹੜਾ ਬੈਠਿਆ ਤੇ ਜਿਹਨੇ ਸੁਣਿਆ ਗੱਲ ਉਹਦੀ ਬਣੀ ਹੈ, ਕਿਉਂਕਿ ਜਿਹਨੇ ਮੰਨਿਆ ਗੱਲ ਉਹਦੀ ਬਣੀ ਆ। ਹੁਣ ਘਰ ਵਿੱਚ ਪੁੱਤਰ ਵੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਲੇਕਿਨ ਜਿਹੜੀ ਪਦਵੀ ਭਾਈ ਲਹਿਣਾ ਜੀ ਲੈ ਗਏ ਆ ਉਹ ਪੁੱਤਰ ਨਹੀਂ ਪ੍ਰਾਪਤ ਕਰ ਸਕੇ, ਭਾਵੇਂ ਉਹਨਾਂ ਕੋਲ ਸਭ ਕੁਝ ਸੀ, ਲੇਕਿਨ ਉੱਥੇ ਕੀ ਸੀ, ਉਹ ਸੁਣਦੇ ਸੀ ਗੁਰੂ ਨਾਨਕ ਦੀ, ਲੇਕਿਨ ਉਹਨੂੰ ਮੰਨਣ ਦਾ ਯਤਨ ਨਹੀਂ ਸੀ ਕਰਦੇ। ਭਾਈ ਲਹਿਣਾ ਜੀ ਨੇ ਸੁਣਿਆ ਵੀ ਆ ਤੇ ਉਹਨੂੰ ਮੰਨ ਕੇ ਤੇ ਫਿਰ ਉਹਨਾਂ ਨੇ ਉਹਦੀ ਬਖਸ਼ਿਸ਼ ਵੀ ਤਦ ਹੀ ਬਖਸ਼ਿਸ਼ ਪ੍ਰਾਪਤ ਹੋਈ, ਨਹੀਂ ਤਾਂ ਉਸ ਤੋਂ ਬਗੈਰ ਸਿਰਫ ਸੁਣਨ ਤੱਕ ਹੀ ਜੇਕਰ ਅਸੀਂ ਸੀਮਤ ਕਰ ਲਈਏ ਜਾਂ ਕੰਨ ਰਸ ਤੱਕ ਸੀਮਤ ਨਹੀਂ ਰੱਖਦੇ। ਬਸ ਕੰਨ ਰਸ ਸਾਹਿਬ ਤੁਹਾਡਾ ਧੰਨਵਾਦ, ਸਮਾਂ ਨਹੀਂ ਅੱਗੇ ਦੇ ਰਿਹਾ ਕਿ ਹੋਰ ਅੱਗੇ ਗੱਲਬਾਤ ਕਰੀਏ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇਸੀ ਟੌਪਿਕ ਨੂੰ ਕੰਟੀਨਿਊ ਕਰਾਂਗੇ, ਕਿਉਂਕਿ ਇਸ ਦੀ ਬੜੀ ਅਹਿਮੀਅਤ ਹੈ। ਤੇ ਅੱਜ ਅਸੀਂ ਜੋ ਕੁਝ ਦੇਖ ਰਹੇ ਹਾਂ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ, ਉਸ ਵਿੱਚ ਜ਼ਰੂਰ ਇੱਕ ਚੇਂਜ ਲਿਆਉਣ ਦੀ ਲੋੜ ਹੈ। ਜਿੱਥੇ ਅਸੀਂ ਮੈਨੇਜਮੈਂਟਸ ਕੋਲੋਂ ਚੇਂਜ ਮੰਗਨੇ ਆ, ਲੋਕਾਂ ਵਿੱਚ ਵੀ ਇੱਕ ਪਰਿਵਰਤਨ ਆਉਣ ਦੀ ਲੋੜ ਹੈ, ਤਾਂ ਕਿ ਇੱਕ ਚੰਗਾ ਮਾਹੌਲ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਕਾਇਮ ਹੋ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਜੇਕਰ ਭਾਈ ਸਾਹਿਬ ਨੂੰ ਤੁਸੀਂ ਸੰਪਰਕ ਕਰਨਾ ਹੋਏ ਤਾਂ 604 590 3232 ਦੇ ਉੱਤੇ ਗੁਰਦੁਆਰਾ ਸਿੰਘ ਸਭਾ ਸਰੀ ਵਿੱਚ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹੋ। ਇਹ ਪ੍ਰੋਗਰਾਮ ਜੋ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ, ਇਸ ਦਾ ਮਕਸਦ ਹੁੰਦਾ ਹੈ ਕਿ ਸਾਡੇ 'ਚ ਅਵੇਅਰਨੈਸ ਆਵੇ। ਸਾਨੂੰ ਪਤਾ ਹੈ, ਇਹ ਨਹੀਂ ਕਿ ਨਹੀਂ ਪਤਾ, ਲੇਕਿਨ ਕਈ ਵਾਰੀ ਅਸੀਂ ਅਵੇਸਲੇ ਹੋ ਜਾਂਦੇ ਹਾਂ, ਜਾਂ ਫਿਰ ਜਿਹੜਾ ਕੁਝ ਸਿਸਟਮ ਚੱਲ ਰਿਹਾ ਹੈ ਉਸ ਦੇ ਵਿੱਚ ਹੀ ਅੱਗੇ ਅਸੀਂ ਸਮਾ ਜਾਂਦੇ ਹਾਂ। ਪਰ ਪਰਿਵਰਤਨ ਦੀ ਲੋੜ ਹੈ, ਕਿਉਂਕਿ ਜੇਕਰ ਇਹੀ ਕੁਝ ਚੱਲਦਾ ਰਿਹਾ ਤਾਂ ਫਿਰ ਗੁਰਦੁਆਰੇ ਜਿਹੜੇ ਨੇ ਉਹ ਸਿਰਫ ਇਮਾਰਤਾਂ ਰਹਿ ਜਾਣਗੀਆਂ, ਜਦਕਿ ਗੁਰੂ ਦੀ ਜਿਹੜੀ ਸੋਚ ਹੈ ਉਸ ਨੂੰ ਆਪਣੇ ਜੀਵਨ ਦਾ ਆਧਾਰ ਅਸੀਂ ਨਹੀਂ ਬਣਾ ਸਕਾਂਗੇ। ਸੋ ਫਿਰ ਮੁਲਾਕਾਤ ਕਰਾਂਗੇ ਜੀ, ਤਦ ਤੱਕ ਗੁੱਡ ਬਾਏ।